ਵਿਨਿੰਗ ਪੰਜਾਬ ਦਾ ਵਿਸ਼ੇਸ਼ ਪ੍ਰੋਗਰਾਮ ਸਵੇਰ ਸਾਂਝ ਲੈ ਕੇ ਮੈਂ ਆਪਣੇ ਦਰਸ਼ਕਾਂ ਦੇ ਰੂਬਰੂ ਹਾਂ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਬੀਤੇ ਦਿਨ ਹੋਈਆਂ ਮਹੱਤਵਪੂਰਨ ਘਟਨਾਵਾਂ ਦੀ। ਅਸੀਂ ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਚਕਾਰ ਹੋਈ ਮੀਟਿੰਗ ਅਤੇ ਰਾਜਸੀ ਨਵੇਂ ਸਮੀਕਰਨਾਂ ਦੀ। ਅਸੀਂ ਗੱਲ ਕਰਾਂਗੇ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਖੁੱਲ੍ਹ ਕੇ ਨਿਤਰਨ ਦੀ। ਨਾਲ ਹੀ ਨਾਲ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਹਰਜੀਤ ਸਿੰਘ ਧਾਮੀ ਦੇ ਪ੍ਰਧਾਨ 44ਵੇਂ ਪ੍ਰਧਾਨ ਬਣਨ ਦੀ, ਤੇ ਨਾਲ ਹੀ ਗੱਲ ਕਰਾਂਗੇ ਕਿਸਾਨਾਂ ਦੀ ਸੰਭਾਵੀ ਘਰ ਵਾਪਸੀ ਦੀ। ਸੋ ਇਹ ਚਾਰ ਮਹੱਤਵਪੂਰਨ ਉਹ ਘਟਨਾਵਾਂ ਨੇ ਜਿਹੜੀਆਂ ਬੀਤੇ ਦਿਨ ਵਾਪਰੀਆਂ, ਜਿਨ੍ਹਾਂ ਨੇ ਸਮੁੱਚੇ ਪੰਜਾਬ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਔਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਅਤੇ ਮਨੋਹਰ ਲਾਲ ਖੱਟਰ ਵਿਚਕਾਰ ਹੋਈ ਮੀਟਿੰਗ ਜਿਹੜੀ ਹੈ, ਜਿਸ ਨੇ ਰਾਜਸੀ ਨਵੇਂ ਸਮੀਕਰਨਾਂ ਨੂੰ ਜਿਹੜਾ ਜਨਮ ਦਿੱਤਾ। ਤਾਂ ਉਹ ਗੱਲ ਤਾਂ ਕਰਨੀ ਜ਼ਰੂਰੀ ਹੈ ਕਿਉਂਕਿ ਬੀਤੇ ਦਿਨ ਤੋਂ ਹੀ ਮਨੋਹਰ ਲਾਲ ਖੱਟਰ ਔਰ ਕੈਪਟਨ ਅਮਰਿੰਦਰ ਸਿੰਘ ਹੋਣਾ ਵਿਚਕਾਰ, ਜਾਂ ਅਸੀਂ ਕਹਿ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਵਿਚਕਾਰ ਜਿਸ ਤਰੀਕੇ ਦਾ ਪਿਆਰ ਜਿਹੜਾ ਪਣਪ ਰਿਹਾ, ਉਸ ਦਾ ਸਿਖਰ ਜਿਹੜਾ ਸਾਨੂੰ ਕੱਲ੍ਹ ਨੂੰ ਵੇਖਣ ਨੂੰ ਮਿਲਿਆ ਹੈ। ਕੈਪਟਨ ਅਮਰਿੰਦਰ ਸਿੰਘ ਹੋਣੀ ਜਦੋਂ ਦੇ ਕਾਂਗਰਸ ਪਾਰਟੀ ਨੂੰ ਛੱਡ ਕੇ ਪੰਜਾਬ ਲੋਕ ਕਾਂਗਰਸ ਪਾਰਟੀ ਉਹਨਾਂ ਨੇ ਬਣਾਈ ਆ, ਔਰ ਉਸ ਤੋਂ ਵੀ ਪਹਿਲਾਂ ਜਿਸ ਤਰੀਕੇ ਨਾਲ ਉਹ ਭਾਜਪਾ ਦੇ ਹੱਕ ਵਿੱਚ ਬਿਆਨਬਾਜ਼ੀ ਕਰਦੇ ਰਹੇ ਹਨ ਅਤੇ ਨਾਲ ਹੀ ਇਹ ਦਾਅਵਾ ਕਰਦੇ ਰਹੇ ਨੇ ਕਿ ਅਸੀਂ ਬੀਤੇ ਦੌਰ ਤੇ ਅਗਲੀਆਂ ਚੋਣਾਂ ਦੇ ਵਿੱਚ ਭਾਜਪਾ ਨਾਲ ਮਿਲ ਕੇ ਸੀਟਾਂ ਦੀ ਵੰਡ ਕਰਾਂਗੇ ਔਰ ਨਾਲ ਹੀ ਨਾਲ ਅਸੀਂ ਭਾਜਪਾ ਦਾ ਸਮਰਥਨ ਦੇਵਾਂਗੇ। ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਇਹ ਵੀ ਸਟੇਟਮੈਂਟ ਆਈ ਸੀ ਕਿ ਅਸੀਂ ਉਹਨਾਂ ਰਾਜਾਂ ਦੇ ਵਿੱਚ ਜਿੱਥੇ ਭਾਜਪਾ ਚੋਣ ਲੜ ਰਹੀ ਆ, ਜਿੱਥੇ ਪੰਜਾਬੀਆਂ ਦੀ ਜ਼ਿਆਦਾਤਰ ਤਾਦਾਦ ਹੋਏਗੀ, ਉੱਥੇ ਜਾ ਕੇ ਮੈਂ ਭਾਜਪਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਾਂਗਾ, ਜਿਸ ਦੇ ਵਿੱਚ ਉਹਨਾਂ ਨੇ ਯੂਪੀ ਔਰ ਉੱਤਰਾਖੰਡ ਦੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਗੱਲ ਕੀਤੀ ਸੀ। ਖੈਰ, ਇਹ ਉਹਨਾਂ ਦੇ ਬਿਆਨਾਂ ਦੀ ਗੱਲ ਅਸੀਂ ਮਨੋਹਰ ਲਾਲ ਖੱਟਰ ਔਰ ਕੈਪਟਨ ਅਮਰਿੰਦਰ ਸਿੰਘ ਦੇ ਕੱਲ੍ਹ ਦੇ ਭਾਜਪਾ ਮੀਟਿੰਗ ਭਾਜਪਾ ਪ੍ਰੇਮ ਤੇ ਕੈਪਟਨ ਅਮਰਿੰਦਰ ਸਿੰਘ ਦਾ ਮਨੋਹਰ ਲਾਲ ਖੱਟਰ ਨਾਲ ਦੋਸਤੀ ਦਾ ਜਿਹੜਾ ਇਹ ਦਿਖਾਈ ਦੇ ਰਿਹਾ, ਉਸ ਦੇ ਸੰਬੰਧੀ ਅਸੀਂ ਗੱਲ ਜਿਹੜੀ ਉਹ ਕਰਾਂਗੇ। ਕੱਲ੍ਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਮਨੋਹਰ ਲਾਲ ਖੱਟਰ ਹੋਣਾ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ। ਕਿਹਾ ਤਾਂ ਇਹ ਗਿਆ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਕਿ ਇਹ ਜਿਹੜੀ ਮੀਟਿੰਗ ਹੈ ਕੇਵਲ ਇੱਕ ਚਾਹ ਦੇ ਕੱਪ ਤੱਕ ਭ੍ਰਿਸ਼ਟਾਚਾਰ ਦੇ ਪੱਖ ਤੋਂ ਸੀਮਤ ਸੀ, ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਆਉਂਦਿਆਂ ਸੰਦਰਭਾਂ ਵਿੱਚ ਨਵੇਂ ਸਮੀਕਰਨ ਜਿਹੜੇ ਨੇ ਉਹ ਬਣਾਏ ਜਾ ਸਕਦੇ ਨੇ। ਮੀਟਿੰਗ ਉਪਰੰਤ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਇਹ ਵੀ ਇੱਕ ਬਿਆਨ ਆਇਆ ਕਿ ਆਉਂਦੇ ਕੁਝ ਸਮੇਂ ਵਿੱਚ ਉਹ ਭਾਜਪਾ ਹਾਈਕਮਾਨ ਨਾਲ ਮਿਲ ਕੇ ਗੱਲਬਾਤ ਕਰਨਗੇ, ਜਿਹਦੇ ਵਿੱਚ ਉਹ ਢੀਂਡਸਾ ਗਰੁੱਪ ਜਿਹੜਾ ਸੰਯੁਕਤ ਅਕਾਲੀ ਦਲ ਢੀਂਡਸਾ ਗਰੁੱਪ ਹੈ ਔਰ ਭਾਜਪਾ ਔਰ ਪੰਜਾਬ ਲੋਕ ਕਾਂਗਰਸ ਪਾਰਟੀ ਜਿਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੋਣੀ ਨੇ, ਇਹ ਤਿੰਨੇ ਮਿਲ ਕੇ ਭਾਜਪਾ ਨਾਲ ਉੱਥੇ ਦਿੱਲੀ ਦੇ ਵਿੱਚ ਸੀਟ ਸ਼ੇਅਰਿੰਗ ਦੀ ਗੱਲ ਕਰਨਗੇ, ਸੀਟਾਂ ਦੀ ਵੰਡ ਬਾਰੇ ਗੱਲ ਕਰਨਗੇ ਤੇ 2022 ਦੀਆਂ ਚੋਣਾਂ ਦੇ ਵਿੱਚ ਭਾਜਪਾ ਦੀ ਜਿਹੜੀ ਅਗਵਾਈ ਹੇਠ ਜਿਹੜੀ ਸਰਕਾਰ ਇਹ ਬਣੇਗੀ। ਇਹ ਬਿਆਨ ਜਿਹੜਾ ਆ ਗਿਆ, ਔਰ ਜਦੋਂ ਇਹ ਪਤਾ ਸੀ ਕਿ ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਜਿਹੜੇ ਭਾਜਪਾ ਦੇ ਨਾਲ ਚੱਲ ਪਏ ਨੇ, ਤੇ ਵਿੱਚ ਸਭ ਤੋਂ ਵੱਡੀ ਜਿਹੜੀ ਢੀਂਡਸਾ ਗਰੁੱਪ ਦੀ ਜਿਹੜੀ ਉਹ ਦਾਅਵਾ ਕਰ ਰਹੇ ਨੇ, ਜਦੋਂ ਕਿ ਦੂਸਰੇ ਪਾਸੇ ਅਜੇ ਤੱਕ ਸੁਖਦੇਵ ਸਿੰਘ ਢੀਂਡਸਾ ਵੱਲੋਂ ਕਦੇ ਵੀ ਕੋਈ ਅਜਿਹਾ ਬਿਆਨ ਜਿਹੜਾ ਅਜੇ ਜਾਰੀ ਨਹੀਂ ਕੀਤਾ ਗਿਆ। ਪਰ ਹੁਣ ਜਿਹੜੇ ਨਵੇਂ ਸਮੀਕਰਨ ਜਿਹੜੇ ਬਣੇ ਨੇ, ਜਿਸ ਤਰੀਕੇ ਨਾਲ ਭਾਜਪਾ ਵੱਲੋਂ 3 ਕਾਲੇ ਕਾਨੂੰਨ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ, ਉਹ ਬਿੱਲ ਜਿਹੜਾ ਰਾਸ਼ਟਰਪਤੀ ਦੇ ਸਾਈਨਾਂ ਵਾਸਤੇ ਭੇਜ ਦਿੱਤਾ ਗਿਆ, ਤਾਂ ਉਹ ਇੱਕ ਜਿਹੜਾ ਪ੍ਰਕਰਨ ਸੀ ਉਹ ਪੂਰਾ ਹੋ ਚੁੱਕਾ। ਤਾਂ ਕੁਦਰਤੀ ਤੌਰ ਤੇ ਹੁਣ ਪੰਜਾਬ ਅੰਦਰ ਭਾਜਪਾ ਦੀ ਜਿਹੜੀ ਸਥਿਤੀ ਆ ਉਹ ਪਹਿਲਾਂ ਵਾਲੀ ਨਹੀਂ ਰਹੇਗੀ, ਔਰ ਇਸੇ ਕਰਕੇ ਹੀ ਕੱਲ੍ਹ ਜਦੋਂ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਉਹ ਬਿੱਲ ਦੇ ਉੱਤੇ ਰੱਦ ਕੀਤੇ ਜਾ ਰਹੇ ਸਨ, ਉਹਨਾਂ ਤੇ ਵੋਟਿੰਗ ਹੋ ਰਹੀ ਸੀ, ਤਾਂ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਹਰਿਆਣਾ ਦੇ ਭਾਜਪਾ ਦੇ ਜਿਹੜੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ, ਉਹਨਾਂ ਨਾਲ ਜਿਹੜੀ ਵਿਸ਼ੇਸ਼ ਮੀਟਿੰਗ ਹੋਈ, ਔਰ ਉਸ ਮੀਟਿੰਗ ਤੋਂ ਬਾਅਦ ਜਿਹੜੇ ਬਿਆਨਬਾਜ਼ੀ ਹੋਈ, ਬਹੁਤ ਲੰਮੇ ਜਿਹੜੇ ਸੰਕੇਤ ਨੇ ਉਹ ਦੇ ਜਾਂਦੇ ਨੇ ਕਿ ਆਉਂਦਿਆਂ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦੀ ਰਾਜਨੀਤੀ ਕਿਸ ਤਰੀਕੇ ਦੀ ਹੋਵੇਗੀ। ਉਹ ਭਾਜਪਾ ਜਿਹਦੇ ਵਿਰੋਧ ਜਿਹੜਾ ਸੀ ਕਿਸਾਨਾਂ ਦਾ ਝੱਲਣਾ ਪੈਂਦਾ ਸੀ, ਉਹਦਾ ਹਰ ਉਮੀਦਵਾਰਾਂ ਨੂੰ ਮੀਟਿੰਗਾਂ ਜਿਸ ਤਰੀਕੇ ਨਾਲ ਭਾਜਪਾ ਦੇ ਨੇਤਾ ਘਰ ਆਪਣੇ ਘਰਾਂ ਤੱਕ ਹੀ ਸੀਮਤ ਰਹਿ ਗਏ ਸਨ, ਪਰ ਹੁਣ ਕਾਲੇ ਕਾਨੂੰਨਾਂ ਦੇ ਰੱਦ ਹੋਣ ਉਪਰੰਤ ਭਾਜਪਾ ਦੀ ਜਿਹੜੀ ਸਥਿਤੀ ਹੈ ਪੰਜਾਬ ਦੇ ਵਿੱਚ ਕੁਝ ਹੋਰ ਤਰੀਕੇ ਦੀ ਹੋਵੇਗੀ, ਔਰ ਦੂਜੇ ਪਾਸੇ ਭਾਜਪਾ ਨੂੰ ਸਾਥ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਮਿਲੇਗਾ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਣੀ ਹੁਣ ਚੱਲੇ ਹੋਏ ਕਾਰਤੂਸ ਨੇ ਆਮ ਲੋਕਾਂ ਦੀਆਂ ਨਜ਼ਰਾਂ 'ਚ, ਅਸੀਂ ਕਹਿ ਸਕਦੇ ਜਾਂ ਪੰਜਾਬੀ ਦੀ ਨਜ਼ਰ 'ਚ, ਪਰ ਭਾਜਪਾ ਨੂੰ ਕਿਉਂਕਿ ਇੱਕ ਬੜਾ ਤਕੜਾ ਸਿੱਖ ਚਿਹਰਾ ਜਿਹੜਾ ਉਹ ਵੀ ਕੈਪਟਨ ਅਮਰਿੰਦਰ ਸਿੰਘ ਵਰਗਾ ਮਿਲ ਰਿਹਾ, ਔਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਣੀ ਸੁਖਦੇਵ ਸਿੰਘ ਢੀਂਡਸੇ ਵਰਗੇ ਜਿਹੜੇ ਪੁਰਾਣੇ ਟਕਸਾਲੀ ਅਕਾਲੀ ਲੀਡਰ ਨੇ ਉਹਨਾਂ ਨੂੰ ਵੀ ਆਪਣੇ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਪਏ ਨੇ। ਤਾਂ ਕੁਦਰਤੀ ਤੌਰ ਤੇ ਭਾਜਪਾ ਦਾ ਜਿਹੜਾ ਇਹਨਾਂ ਦੋਵਾਂ ਚੀਜ਼ਾਂ ਦਾ ਪਲੜਾ ਤਾਂ ਥੋੜਾ ਬਹੁਤਾ ਭਾਰੀ
ਮਹਿਸੂਸ ਹੁੰਦਾ ਦਿਖਾਈ ਜਿਹੜਾ ਜ਼ਰੂਰ ਦੇਗਾ, ਕਿਉਂਕਿ ਭਾਜਪਾ ਕੋਲ ਅੱਗੇ ਪੇਂਡੂ ਖੇਤਰਾਂ ਦੇ ਵਿੱਚ ਇਹੋ ਜਿਹੇ ਚਿਹਰੇ ਜਿਹੜੇ ਨਹੀਂ ਸਨ। ਤਾਂ ਜੇਕਰ ਕੈਪਟਨ ਅਮਰਿੰਦਰ ਸਿੰਘ ਹੁਣੀ ਚਲੋ ਠੀਕ ਆ, ਕੋਈ ਏਡਾ ਚਮਤਕਾਰ ਤਾਂ ਨਹੀਂ ਕਰ ਸਕਦੇ, ਇਹ ਗੱਲ ਯਕੀਨਨ ਆ ਕਿ ਉਹ 2022 ਦੀਆਂ ਚੋਣਾਂ 'ਚ ਜੇ ਉਹ ਸੋਚਣ ਕਿ ਮੈਂ ਆਪਣੀ ਯਤਨਾਂ ਨਾਲ ਭਾਜਪਾ ਦੀ ਬੇੜੀ ਨੂੰ ਇਹ ਤਨ ਪੱਤਰ ਲਾ ਦਾਂਗਾ, ਤਾਂ ਇਹ ਕੇਵਲ ਉਹਨਾਂ ਦਾ ਸੁਪਨਾ ਹੋ ਸਕਦਾ, ਕਿਉਂਕਿ ਪੰਜਾਬ ਦੇ ਲੋਕਾਂ ਨੇ ਬੀਤੇ 4.5 ਸਾਲ ਦੌਰਾਨ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਕਾਰਜਸ਼ੈਲੀ ਨੂੰ ਦੇਖਿਆ ਔਰ ਬੀਤੇ 2 ਸਾਲਾਂ ਦੇ ਵਿੱਚ ਭਾਜਪਾ ਦਾ ਜਿਸ ਤਰੀਕੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਰਵੱਈਆ ਰਿਹਾ, ਉਹਨਾਂ ਸਾਰੇ ਸੰਦਰਭਾਂ ਦੇ ਵਿੱਚ ਲੋਕਾਂ ਦਾ ਜਿਹੜਾ ਏਡੀ ਜਲਦੀ ਮੋਹ ਪਿਆਰ ਹੈ ਜਾਂ ਲੋਕਾਂ ਦਾ ਜਿਹੜਾ ਹਨੀਮੂਨ ਹੈ ਕੈਪਟਨ ਅਮਰਿੰਦਰ ਸਿੰਘ ਜਾਂ ਭਾਜਪਾ ਦਾ ਨਾਲ ਇੰਨੀ ਜਲਦੀ ਸਥਾਪਿਤ ਨਹੀਂ ਹੋ ਸਕਦਾ। ਹਾਂ, ਕੋਈ ਚਮਤਕਾਰ ਹੋ ਜਾਏ ਤਾਂ ਉਹ ਗੱਲ ਕਹੀ ਨਹੀਂ ਜਾ ਸਕਦੀ, ਪਰ ਇਸ ਸਭ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਇੱਕ ਕਾਂਗਰਸ ਪਾਰਟੀ ਵਾਸਤੇ ਔਰ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਾਫੀ ਸਮੱਸਿਆਵਾਂ ਪੈਦਾ ਜਿਹੜੀਆਂ ਉਹ ਕਰ ਸਕਦੇ ਨੇ, ਤਾਂ ਉਹ ਸਮੱਸਿਆਵਾਂ ਪੈਦਾ ਕਰਨਗੇ ਵੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਮੁੱਖ ਮੰਤਵ ਹੈਗਾ ਉਹ ਮੁੱਖ ਮੰਤਰੀ ਬਣਨਾ ਹੈ ਜਾਂ ਨਹੀਂ ਬਣਨਾ। ਉਹਨਾਂ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਕੁਝ ਕਰਦੀ ਹੈ ਨਹੀਂ ਕਰਦੀ, ਪਰ ਉਹਨਾਂ ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਮਹੱਤਵਪੂਰਨ ਜਿਹੜਾ ਯਤਨ ਹੈ ਜਾਂ ਇੱਕ ਇਹ ਕਹਿ ਸਕਦੇ ਕਿ ਮੰਤਵ ਆ, ਇੱਕ ਉਦੇਸ਼ ਆ, ਉਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਹਰ ਹਾਲਤ ਵਿੱਚ ਖੁੱਡੇ ਨਾਲ ਲਾਉਣਾ, ਉਹਦੇ ਰਸਤੇ ਵਿੱਚ ਰੋੜੇ ਜਿਹੜੇ ਅਟਕਾਉਣੇ ਜਾਂ ਕਿਸੇ ਵੀ ਪਾਸੇ ਉਸ ਦੀ ਗੱਲ ਜਿਹੜੀ ਆ ਨਾ ਬਣੇ। ਤਾਂ ਇਸ ਕਰਕੇ ਉਹਨਾਂ ਵੱਲੋਂ ਇਹ ਜਿਹੜਾ ਕਦਮ ਜਿਹੜਾ ਉਹ ਪੁੱਟਿਆ ਗਿਆ ਭਾਜਪਾ ਦੇ ਨਾਲ, ਕਿਉਂਕਿ ਭਾਜਪਾ ਦੇ ਵਿੱਚੋਂ ਹੀ ਨਵਜੋਤ ਸਿੰਘ ਸਿੱਧੂ ਹੁਣੀ ਬਾਹਰ ਆਏ ਨੇ, ਤਾਂ ਭਾਜਪਾ ਵੀ ਕਿਸੇ ਨਾ ਕਿਸੇ ਕਰਕੇ ਨਵਜੋਤ ਸਿੰਘ ਨੂੰ ਆਪਣਾ ਦੁਸ਼ਮਣ ਜਿਹੜਾ ਉਹ ਸਮਝਦੀ ਹੈਗੀ। ਸੋ ਇਹਨਾਂ ਸਾਰੇ ਪ੍ਰਕਰਨਾਂ ਦੇ ਵਿੱਚ ਨਵਜੋਤ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਮੀਟਿੰਗ ਹੋਈ ਆ ਮਨੋਹਰ ਖੱਟੜ ਦੇ ਨਾਲ, ਉਹ ਉਹੀ ਭਾਜਪਾ ਜਿਹੜੇ ਪੰਜਾਬ ਦੇ ਨਵੇਂ ਰਾਜਸੀ ਸਮੀਕਰਨ ਬਣਨੇ ਨੇ ਉਹਨਾਂ ਦੇ ਸੰਦਰਭ ਦੇ ਵਿੱਚ ਅਸੀਂ ਕਹਿ ਸਕਦੇ ਹਾਂ। ਕੁਦਰਤੀ ਤੌਰ ਤੇ ਉਹਨਾਂ ਨੇ ਖੁਦ ਐਲਾਨ ਵੀ ਜਿਹੜਾ ਕਰ ਦਿੱਤਾ, ਔਰ ਜਿਸ ਤਰੀਕੇ ਨਾਲ ਅਸੀਂ ਇਹ ਕਹਿ ਲਈਏ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਭਾਜਪਾ ਦੇ ਪ੍ਰਤੀ ਜਿਹੜਾ ਪਿਆਰ ਹੈ ਕਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਸਾਹਮਣੇ ਆਉਂਦਾ ਰਿਹਾ। ਹਾਲਾਂਕਿ ਵੇਖਿਆ ਜਾਵੇ ਤਾਂ 4.5 ਸਾਲ ਦੌਰਾਨ ਨਰਿੰਦਰ ਮੋਦੀ ਪ੍ਰਤੀ ਉਹ ਸਾਫ਼ ਕਾਰਨਾ ਰੱਖਦੇ ਰਹੇ ਨੇ। ਕੱਲ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਔਰ ਮਨੋਹਰ ਲਾਲ ਖੱਟੜ ਹੋਣਾ ਦੇ ਜੱਫੀਪੁਰ ਦੀ ਤਸਵੀਰ ਮੈਂ ਦੇਖੀ ਤਾਂ ਮੈਨੂੰ ਉਹ ਵੀ ਇੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਬਿਆਨ ਜਾਰੀ ਆਇਆ, ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਬੜੇ ਸਖਤ ਸ਼ਬਦਾਂ ਦੇ ਵਿੱਚ ਮਨੋਹਰ ਲਾਲ ਖੱਟੜ ਦੀ ਉਸ ਸਮੇਂ ਆਲੋਚਨਾ ਕੀਤੀ ਸੀ ਜਦੋਂ ਦਿੱਲੀ ਜਾਂਦੇ ਕਿਸਾਨਾਂ ਨੂੰ ਹਰਿਆਣੇ ਦੇ ਵਿੱਚ ਹਰਿਆਣਾ ਪੁਲਿਸ ਦਾ ਸ਼ਿਕਾਰ ਜਿਹੜਾ ਇਹ ਕਿਸਾਨਾਂ ਨੂੰ ਹੋਣਾ ਪਿਆ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਸ਼ਬਦਾਂ ਦੇ ਵਿੱਚ ਆਲੋਚਨਾ ਮਨੋਹਰ ਲਾਲ ਖੱਟੜ ਦੀ ਕੀਤੀ ਸੀ। ਪਰ ਦੇਖੋ ਸਮੇਂ ਦਾ ਤਕਾਜ਼ਾ ਦੇਖੋ, ਉਹ ਹੀ ਮਨੋਹਰ ਲਾਲ ਖੱਟੜ ਔਰ ਈਵਨ ਕਿ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਸੀ ਕਿ ਮੈਂ ਕਦੇ ਵੀ ਇਹੋ ਜਿਹੇ ਝੂਠੇ ਬੰਦੇ ਨੂੰ ਫੋਨ ਨਹੀਂ ਕਰਾਂਗਾ। ਇਹੋ ਜਿਹੀਆਂ ਗੱਲਾਂ ਬਾਤਾਂ ਕੈਪਟਨ ਅਮਰਿੰਦਰ ਸਿੰਘ ਨੇ ਮਨੋਹਰ ਲਾਲ ਖੱਟੜ ਦੇ ਸੰਦਰਭ 'ਚ ਕੀਤੀਆਂ ਸਨ। ਪਰ ਸਮੇਂ ਦਾ ਤਕਾਜ਼ਾ ਦੇਖੋ ਜਾਂ ਵਕਤ ਦੀ ਮੰਗ ਦੇਖੋ ਕਿ ਅੱਜ ਉਹੀ ਕੈਪਟਨ ਅਮਰਿੰਦਰ ਸਿੰਘ ਖੁਦ ਚੱਲ ਕੇ ਮਨੋਹਰ ਲਾਲ ਖੱਟੜ ਦੇ ਘਰ ਪਹੁੰਚੇ ਨੇ ਔਰ ਜਾ ਕੇ ਉੱਥੇ ਚਾਹ ਦਾ ਪਿਆਲੀ ਜਿਹੜੀ ਸਾਂਝੀ ਕੀਤੀ ਹੈ। ਕਹਿਣ ਸਾਫ਼ ਅਰਥ ਹੈ ਕਿ ਰਾਜਨੀਤੀ ਦੇ ਵਿੱਚ ਬੜਾ ਕੁਝ ਇਹੋ ਜਿਹਾ ਕੁਝ ਵੇਖਣ ਨੂੰ ਮਿਲ ਜਾਂਦਾ ਜਿਸ ਦਾ ਕਦੇ ਵਿਅਕਤੀ ਨੇ ਸੁਪਨਾ ਵੀ ਨਹੀਂ ਲਿਆ ਹੁੰਦਾ। ਇਹ ਉਹੀ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਦੇ ਸਰਕਾਰੀ ਤਾਮਝਾਮ ਅੱਗੇ ਵੱਡੇ ਤੋਂ ਵੱਡੀ ਅਫਸਰਸ਼ਾਹੀ ਲਈ ਝੁਕਦੀ ਸੀ। ਮਤਲਬ ਜਿੱਧਰ ਕੈਪਟਨ ਅਮਰਿੰਦਰ ਸਿੰਘ ਜਾਣਾ ਲਾਲ ਕਾਰਪੇਟ ਵਿਛੇ ਹੁੰਦੇ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਉਸੇ ਜੱਦੀ ਸ਼ਹਿਰ ਵਿੱਚ ਉਹ ਵੀ ਦਿਨ ਦੇਖਣਾ ਪਿਆ ਕਿ ਜਦੋਂ ਇੱਕ ਪੰਜਾਬ ਪੁਲਿਸ ਦੇ ਇੱਕ ਸਧਾਰਨ ਏਐਸਏ ਨੇ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਨੂੰ ਡੱਕ ਕੇ ਪੈਦਲ ਉਹਨਾਂ ਨੂੰ ਜਾਣ ਵਾਸਤੇ ਮਜਬੂਰ ਕੀਤਾ। ਤਾਂ ਕੁਦਰਤੀ ਤੌਰ ਤੇ ਸੱਤਾ ਬਹੁਤ ਕੁਝ ਕਰਵਾ ਦਿੰਦੀ ਹੈ, ਵਕਤ ਬਹੁਤ ਕੁਝ ਕਰਾ ਦਿੰਦਾ। ਖੈਰ ਹੁਣ ਵਕਤ ਦਾ ਇਹ ਦੱਸੇਗਾ ਕਿ ਕੈਪਟਨ ਅਮਰਿੰਦਰ ਸਿੰਘ ਔਰ ਭਾਜਪਾ ਦਾ ਆਪਸੀ ਗੱਠਜੋੜ ਕੀ ਪੰਜਾਬ ਦੇ ਅੰਦਰ ਕਮਲ ਦਾ ਫੁੱਲ ਖਿਲਾ ਪਾਏਗਾ, ਕੀ ਕਮਲ ਦਾ ਫੁੱਲ ਫਿਰ ਮੁਰਝਾ ਜਾਏਗਾ। ਇਹ ਬੜੇ ਕੁਝ ਇਹੋ ਜਿਹੇ ਸਵਾਲ ਨੇ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਵੇਖਣੇ ਪੈਣਗੇ ਜਾਂ ਸਾਡੀ ਨਜ਼ਰਾਂ ਦੇ ਸਾਹਮਣੇ ਆਉਣਗੇ। ਪਰ ਫਿਰ ਇਸ ਸਭ ਦੇ ਬਾਵਜੂਦ ਸਥਿਤੀ ਇਹੋ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਣੀ ਜਿਹੜੇ ਨੇ ਹੁਣ ਇੱਕ ਆਰ ਪਾਰ ਦੀ ਲੜਾਈ ਲੜਨ ਦੇ ਮੂਡ ਦੇ ਵਿੱਚ ਨੇ, ਜਿਸ ਕਾਰਨ ਉਹ ਭਾਜਪਾ ਦਾ ਜਿਹੜਾ ਸਹਾਰਾ ਜਿਹੜਾ ਲੈ ਰਹੇ ਨੇ। ਤੇ ਭਾਜਪਾ ਨੂੰ ਵੀ ਇਹੋ ਜਿਹੀ ਲੋੜ ਹੈ ਕਿ ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਮੱਝ ਵੀ ਭੁੱਖੀ ਤੇ ਤੂੜੀ ਵੀ ਗਿੱਲੀ, ਦੋਵਾਂ ਦਾ ਜਿਹੜਾ ਉਹ ਸਰਚਣ ਦਾ ਉਹੋ ਜਿਹੀਆਂ ਸਥਿਤੀਆਂ ਸਾਨੂੰ ਜਿਹੜੀਆਂ ਆਉਂਦਿਆਂ ਦਿਨਾਂ 'ਚ ਵੇਖਣ ਨੂੰ ਜਿਹੜੀਆਂ ਮਿਲਣਗੀਆਂ। ਦੂਸਰੀ ਖਬਰ ਜਿਹੜੀ ਮਹੱਤਵਪੂਰਨ ਆ ਉਹ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ ਹੀ ਸੰਬੰਧਿਤ ਖਬਰ ਹੈਗੀ ਹੈ। ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ ਸੰਬੰਧਿਤ ਇਸ ਤਰ੍ਹਾਂ ਕਿਉਂਕਿ ਉਹਨਾਂ ਦੀ ਧਰਮ ਪਤਨੀ ਜਿਹੜੇ ਲੋਕ ਸਭਾ ਸਾਂਸਦ ਪਟਿਆਲੇ ਤੋਂ ਨੇ ਪ੍ਰਦੀਪ ਕੌਰ ਹੋਣੀ, ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਬੀਤੇ ਦਿਨ ਬਿਆਨਬਾਜ਼ੀ ਕਰਨ ਦੇ ਸੰਦਰਭ ਵਿੱਚ ਕਾਂਗਰਸ ਹਾਈਕਮਾਨ ਵੱਲੋਂ ਹਰੀ ਚੌਧਰੀ ਵੱਲੋਂ ਕਾਰਨ ਤੋਂ ਦੱਸੋ ਜਿਹੜਾ ਨੋਟਿਸ ਆ ਉਹ ਜਾਰੀ ਕੀਤਾ ਜਾ ਚੁੱਕਾ। ਕਿਉਂਕਿ ਮਹਾਰਾਣੀ ਪ੍ਰਦੀਪ ਕੌਰ ਹੋਣੀ ਕਹਿੰਦੇ ਨੇ ਕਿ ਮੈਂ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿਣਾ, ਪਰ ਦੂਜੇ ਪਾਸੇ ਜਦੋਂ ਮੇਅਰ ਦੀ ਚੋਣ ਹੋਣੀ ਸੀ ਮਾਫ ਕਰਦੇ ਜਦੋਂ ਮੇਅਰ ਦੀ ਜਿਹੜੀ ਕੁਰਸੀ ਬਚਾਉਣ ਵਾਸਤੇ ਕਸ਼ਮਕਸ਼ ਚੱਲ ਰਹੀ ਸੀ ਤਾਂ ਉਸ ਵਕਤ
ਪ੍ਰਨੀਤ ਕੌਰ ਹੋਣਾ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦਿੱਤਾ ਔਰ ਸਮਾਣਾ ਦੇ ਵਿੱਚ ਜਾ ਕੇ ਜਿਹੜੇ ਉੱਥੋਂ ਦੇ ਵਿਧਾਇਕ ਨੇ, ਕਾਂਗਰਸੀ ਵਿਧਾਇਕ, ਉਹਨਾਂ ਦੇ ਖਿਲਾਫ ਹੀ ਬਿਆਨਬਾਜ਼ੀ ਕੀਤੀ ਸੀ। ਤਾਂ ਉਸ ਸਾਰੇ ਸੰਦਰਭ ਦੇ ਵਿੱਚ ਪ੍ਰਨੀਤ ਕੌਰ ਵੱਲੋਂ ਕਾਂਗਰਸ ਹਾਈਕਮਾਨ ਨੇ ਗੰਭੀਰ ਨੋਟਿਸ ਲਿਆ ਤੇ ਕਾਰਨ ਦੱਸੋ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਕਾਰਨ ਦੱਸੋ ਨੋਟਿਸ ਦੇ ਵਿੱਚ ਇਹੋ ਗੱਲ ਕਹੀ ਗਈ ਕਿ ਤੁਸੀਂ ਇਹੋ ਜਿਹੀਆਂ ਕਾਰਵਾਈਆਂ ਕਿਉਂ ਕਰ ਰਹੇ ਜੇ, ਤੇ ਦੂਜੇ ਪਾਸੇ ਪ੍ਰਨੀਤ ਕੌਰ ਹੋਣਾ ਨੇ ਇਹ ਕੋਈ ਵੀ ਜਵਾਬ ਇਹਦਾ ਕਾਰਨ ਦੱਸੋ ਨੋਟਿਸ ਦਾ ਨਹੀਂ ਦਿੱਤਾ, ਬਲਕਿ ਕੱਲ ਆਪਣੇ ਟਵਿੱਟਰ ਹੈਂਡਲ ਤੇ ਉਹਨਾਂ ਨੇ ਇੱਕ ਆਪਣਾ ਜਿਹੜਾ ਪੁਰਾਣਾ ਪੋਸਟਰ ਸੀ ਉਹ ਖਤਮ ਕਰਕੇ ਇੱਕ ਨਵਾਂ ਪੋਸਟਰ ਜਿਹੜਾ ਇਹ ਕੈਪਟਨ ਫਾਰ 2022 ਔਰ ਨਾਲ ਆਪਣੀ ਬਕਾਇਦਾ ਤੌਰ ਤੇ ਉਹਨਾਂ ਨੇ ਜਿਹੜੀ ਫੋਟੋ ਪਾ ਕੇ ਇਹ ਟਵਿੱਟਰ ਹੈਂਡਲ ਤੇ ਜਾਰੀ ਕੀਤਾ ਆਪਣੇ ਫੇਸਬੁੱਕ ਚੈਨਲ ਤੇ, ਜਿਹੜਾ ਆਪਾਂ ਕੈਪਸ਼ਨ ਜਿਹੜਾ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ। ਤਾਂ ਇਹ ਦਿਖਾਉਣ ਦੇ ਨਾਲ ਖੁੱਲ੍ਹਮ ਜੰਗ ਦਾ ਜਿਹੜਾ ਐਲਾਨ ਪ੍ਰਨੀਤ ਕੌਰ ਹੋਣਾ ਵੱਲੋਂ ਕਾਂਗਰਸ ਹਾਈਕਮਾਨ ਦੇ ਵਿਰੁੱਧ ਕਰ ਦਿੱਤਾ ਗਿਆ ਔਰ ਨਾਲ ਹੀ ਇਹ ਦੱਸਣ ਦਾ ਯਤਨ ਕੀਤਾ ਗਿਆ ਕਿ ਉਹ ਆਪਣੇ ਪਤੀ ਅਮਰਿੰਦਰ ਸਿੰਘ ਹੋਣਾ ਦੇ ਨਾਲ ਨੇ ਹਰ ਸਥਿਤੀ ਦੇ ਵਿੱਚ। ਹੁਣ ਇਹ ਜਿਹੜੀ ਸਥਿਤੀ ਹੈ, ਇਹ ਸਥਿਤੀ ਬੜੀ ਦਿਲਚਸਪ ਹੈ ਕਿਉਂਕਿ ਪ੍ਰਨੀਤ ਕੌਰ ਹੋਣੀ ਪਹਿਲਾਂ ਤਾਂ ਇਹ ਕਹਿ ਚੁੱਕੇ ਕਿ ਮੈਂ ਕਾਂਗਰਸ ਪਾਰਟੀ ਦੇ ਨਾਲ ਹੀ ਰਹਿਣਾ। ਹੁਣ ਦੂਜੀ ਸਥਿਤੀ ਜਿਸ ਤਰੀਕੇ ਨਾਲ ਉਹਨਾਂ ਨੇ ਬਗਾਵਤੀ ਸੌ ਖੁੱਲ੍ਹੇਆਮ ਜਿਹੜੇ ਅਖਤਿਆਰ ਕਰ ਲਏ ਨੇ, ਹੁਣ ਜਿਹੜਾ ਬਾਲ ਹੈ, ਜਿਹੜੀ ਗੇਂਦ ਆ, ਉਹ ਹੁਣ ਹਾਈਕਮਾਨ ਦੀ ਡੀਚ ਹੈ ਕਿ ਉਹ ਪ੍ਰਨੀਤ ਕੌਰ ਵਿਰੁੱਧ ਕਿਹੋ ਜਿਹਾ ਐਕਸ਼ਨ ਜਿਹੜਾ ਲੈਂਦੇ ਨੇ, ਕਿਹੋ ਜਿਹਾ ਇਹਨਾਂ ਸੰਬੰਧੀ ਕਾਰਵਾਈ ਜਿਹੜੀ ਹੋ ਸਕਦੀ ਹੈ। ਕਿਉਂਕਿ ਪ੍ਰਨੀਤ ਕੌਰ ਹੋਣਾ ਨੇ ਤਾਂ ਇਹ ਸਾਫ਼ ਕਰ ਦਿੱਤਾ ਕਿ ਉਹ ਆਪਣੇ ਪਤੀ ਦੇ ਨਾਲ ਨੇ ਤੇ ਪਤੀ ਪੰਜਾਬ ਲੋਕ ਕਾਂਗਰਸ ਪਾਰਟੀ ਨਵੀਂ ਬਣਾ ਚੁੱਕੇ ਨੇ ਤੇ ਦੂਜੇ ਪਾਸੇ ਭਾਜਪਾ ਦੇ ਨਾਲ ਪੂਰਨ ਤੌਰ ਤੇ ਉਹਨਾਂ ਦਾ ਗੱਠਜੋੜ ਹੋ ਰਿਹਾ। ਹੁਣ ਸਥਿਤੀਆਂ ਬੜੀਆਂ ਦਿਲਚਸਪ ਜਿਹੜੀਆਂ ਉਹ ਬਣ ਗਈਆਂ ਕਿਉਂਕਿ 2022 ਦੀਆਂ ਚੋਣਾਂ ਜਿਹੜੀਆਂ ਲਾਗੇ ਆ ਰਹੀਆਂ ਨੇ। ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਕਾਂਗਰਸ ਹਾਈਕਮਾਨ ਪ੍ਰਨੀਤ ਕੌਰ ਹੋਣਾ ਨੂੰ ਬਾਹਰ ਦਾ ਰਸਤਾ ਵਿਖਾਉਂਦੇ ਨੇ ਤਾਂ ਕੁਦਰਤੀ ਤੌਰ ਤੇ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਹੋਲਡ ਡਾਊਨ ਕੀਤਾ ਜਾਂਦਾ ਜਾਂ ਬਾਹਰ ਦਾ ਰਸਤਾ ਵਿਖਾਇਆ ਜਾਂਦਾ। ਜੇ ਜੇਕਰ ਪ੍ਰਨੀਤ ਕੌਰ ਹੋਣੀ ਅਸਤੀਫਾ ਦੇ ਦਿੰਦੇ ਨੇ ਤਾਂ ਫਿਰ ਜਿਹੜੀ ਇਲੈਕਸ਼ਨ ਜਿਹੜੀ ਹੋਵੇਗੀ ਤੇ ਇਲੈਕਸ਼ਨ ਜੇਕਰ ਹੁੰਦੀ ਹੈ ਤਾਂ ਉਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਭਾਜਪਾ ਦੇ ਨਾਲ ਗੂੜਾ ਪ੍ਰੇਮ ਪਿਆਰ ਜਿਹੜਾ ਪੈ ਚੁੱਕਾ ਹੁੰਦਾ। ਤਾਂ ਇਹ ਸਾਫ਼ ਔਰ ਕਲੀਅਰ ਹੈ ਕਿ ਜਿਸ ਤਰੀਕੇ ਦਾ ਇਹ ਪੋਸਟਰ ਕੱਲ ਦਾ ਜਾਰੀ ਹੋਇਆ, ਪ੍ਰਨੀਤ ਕੌਰ ਵੱਲੋਂ ਟਵੀਟ ਕੀਤਾ ਗਿਆ, ਤਾਂ ਮਾਫ ਕਰ ਤੱਕ ਇਹ ਪੋਸਟਰ ਜਾਰੀ ਕੀਤਾ ਗਿਆ, ਤਾਂ ਇਹ ਗੱਲ ਸਾਫ਼ ਆ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਕਾਂਗਰਸ ਹਾਈਕਮਾਨ ਪ੍ਰਨੀਤ ਕੌਰ ਖਿਲਾਫ ਕੋਈ ਐਕਸ਼ਨ ਲਵੇ ਜਾਂ ਨਾ ਲਵੇ। ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਹੋਣੀ ਭਾਜਪਾ ਦੀ ਹਾਈਕਮਾਨ ਦਿੱਲੀ ਵਿਖੇ ਅਮਿਤ ਸ਼ਾਹ ਹੋਣੀ ਜਾਂ ਨਰਿੰਦਰ ਮੋਦੀ ਨਾਲ ਮੇਲਜੋਲ ਕਰਦੇ ਨੇ, ਉਸੇ ਦਿਨ ਪ੍ਰਨੀਤ ਕੌਰ ਹੋਣਾ ਦਾ ਅਸਤੀਫਾ ਜਿਹੜਾ ਉਹ ਜ਼ਰੂਰ ਆਵੇਗਾ ਔਰ ਅਸਤੀਫਾ ਕਾਂਗਰਸ ਦੇ ਮੁੱਢਲੀ ਮੈਂਬਰਸ਼ਿਪ ਤੋਂ ਤੇ ਉਹਦੇ ਨਾਲ ਹੀ ਨਾਲ ਲੋਕ ਸਭਾ ਮੈਂਬਰੀ ਤੋਂ ਅਸਤੀਫਾ ਜ਼ਰੂਰ ਆਏਗਾ ਕਿਉਂਕਿ ਉਹ ਕਦੇ ਵੀ ਇਹ ਨਹੀਂ ਚਾਹੁੰਗੇ ਕਿ ਭਾਜਪਾ ਜਿਹੜੀ ਕਾਂਗਰਸ ਹਾਈਕਮਾਨ ਆ ਉਹਨਾਂ ਨੂੰ ਪਾਰਟੀ ਵਿੱਚੋਂ ਕੱਢੇ। ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਅਸਤੀਫਾ ਦਿੱਤਾ ਸੀ, ਉਸੇ ਤਰੀਕੇ ਦਾ ਅਸਤੀਫਾ ਆਉਂਦਿਆਂ ਕੁਝ ਦਿਨਾਂ ਦੇ ਵਿੱਚ ਸਾਨੂੰ ਵੇਖਣ ਨੂੰ ਪ੍ਰਨੀਤ ਕੌਰ ਹੋਣਾ ਦਾ ਮਿਲ ਸਕਦਾ। ਤੇ ਇਹ ਪ੍ਰਨੀਤ ਕੌਰ ਹੋਣੀ ਫਿਰ 2022 ਦੀਆਂ ਚੋਣਾਂ ਜਦੋਂ ਪੰਜਾਬ ਦੇ ਵਿੱਚ ਹੋਣਗੀਆਂ ਤਾਂ ਉਦੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਵੀ ਜਿਹੜੀ ਚੋਣ ਨਾਲ ਹੀ ਕਰਵਾਈ ਜਾਏਗੀ ਤੇ ਪ੍ਰਨੀਤ ਕੌਰ ਹੋਣੀ ਹੋ ਸਕਦਾ ਸੰਭਾਵੀ ਤੌਰ ਤੇ ਭਾਜਪਾ ਪੰਜਾਬ ਲੋਕ ਕਾਂਗਰਸ ਪਾਰਟੀ ਤੇ ਕੈਪਟਨ ਸਾਹਿਬ ਦੇ ਕਹਿਣ ਮੁਤਾਬਕ ਸੰਯੁਕਤ ਅਕਾਲੀ ਦਲ ਢੀਂਡਸਾ ਗਰੁੱਪ ਦੇ ਇੱਕ ਸਾਂਝੇ ਉਮੀਦਵਾਰ ਵਜੋਂ ਉੱਭਰ ਕੇ ਉੱਥੋਂ ਲੋਕ ਸਭਾ ਦੀ ਚੋਣ ਲੜਨਗੇ। ਤਾਂ ਇਹ ਸਥਿਤੀਆਂ ਬੜੀਆਂ ਦਿਲਚਸਪ ਹੋਣਗੀਆਂ। ਇਹ ਇੱਕ ਕਿਆਫਾ ਹੈਗਾ ਜਿਹੜਾ ਅਸੀਂ ਲਾ ਰਹੇ ਇੱਕ ਕਿਆਸ ਰਾਈਆਂ ਨੇ ਜਿਹੜੀਆਂ ਬੀਤੇ ਦਿਨ ਜਿਹੜੀਆਂ ਸਥਿਤੀਆਂ ਹੋਈਆਂ ਨੇ ਉਹਨਾਂ ਦੇ ਸੰਦਰਭ ਦੇ ਵਿੱਚ ਜਾਂ ਉਹਨਾਂ ਦਾ ਜਦੋਂ ਅਸੀਂ ਮੁਲਾਂਕਣ ਕਰਦੇ ਜਾਂ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹ ਜਿਹੜੇ ਤੱਥ ਜਿਹੜੇ ਸਾਹਮਣੇ ਆਉਂਦੇ ਨੇ ਕਿ ਇੱਕ ਕਾਂਗਰਸੀ ਸਾਂਸਦ ਜਿਹੜਾ ਹੁਣ ਜਲਦ ਹੀ ਅਸਤੀਫਾ ਦੇਵੇਗਾ ਔਰ ਭਾਜਪਾ ਦੇ ਵਿੱਚ ਭਾਜਪਾ 'ਚ ਸ਼ਾਮਲ ਸ਼ਾਇਦ ਉਹ ਨਾ ਹੋਣ, ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਪਾਰਟੀ ਦੀ ਹੋਂਦ ਬਣਾ ਕੇ ਉਹਦੇ ਤੋਂ ਉਹ ਚੋਣ ਜਿਹੜੀ ਆ ਉਹ ਲੜਨਗੇ। ਇਹ ਗੱਲ ਪੱਕੀ ਹੈ ਤੇ ਉਹਨਾਂ ਦੇ ਜਿਹੜੀ ਇਹ ਬਗਾਵਤ ਜਿਹੜੀ ਕੀਤੀ ਹੈ ਇੱਕ ਕਿਸਮ ਦੇ ਨਾਲ ਹਰੀਸ਼ ਚੌਧਰੀ ਨੂੰ ਉਹਨਾਂ ਨੇ ਜਵਾਬ ਦੇ ਦਿੱਤਾ ਕਿਉਂਕਿ ਬੀਤੇ ਦਿਨਾਂ ਤੋਂ ਹਰੀਸ਼ ਚੌਧਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਿਸ਼ਾਨੇ ਤੇ ਬਹੁਤ ਚੱਲਦੇ ਪਏ ਨੇ। ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਣੀ ਕਹਿੰਦੇ ਨੌਕਰੀ ਤੋਂ ਬਾਹਰ ਕੱਢਿਆ ਬੰਦਾ, ਇਹ ਵੀ ਇੱਥੋਂ ਤੱਕ ਲਗਭਗ ਉਹਨਾਂ ਨੇ ਵਿਸ਼ੇਸ਼ਣ ਉਹਦੇ ਵਾਸਤੇ ਵਰਤਿਆ ਔਰ ਖਾਸ ਤੌਰ ਤੇ ਹਰੀਸ਼ ਚੌਧਰੀ ਨੂੰ ਉਹਨਾਂ ਨੇ ਆਪਣੇ ਸਿੱਧੇ ਨਿਸ਼ਾਨੇ ਤੇ ਲਿਆ ਤੇ ਹਰੀਸ਼ ਚੌਧਰੀ ਉਹਨਾਂ ਦੇ ਨਿਸ਼ਾਨੇ ਤੇ ਆਉਣ ਤੋਂ ਬਾਅਦ ਪੂਰਨ ਤੌਰ ਤੇ ਚੁੱਪ ਕਰਕੇ ਬੈਠ ਕੇ ਕੋਈ ਵੀ ਬਿਆਨ ਜਿਹੜਾ ਆ ਉਹਦੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਖਿਲਾਫ ਜਿਹੜਾ ਜਾਂ ਉਹਨਾਂ ਦੇ ਜਵਾਬ ਦੇ ਵਿਰੋਧ ਵਿੱਚ ਨਹੀਂ ਦਿੱਤਾ। ਤਾਂ ਹੁਣ ਜਿਹੜਾ ਇਹ ਇੱਕ ਸਥਿਤੀ ਹੋਰ ਬਿਆਨ ਪ੍ਰਨੀਤ ਕੌਰ ਹੋਣਾ ਦਾ ਜਿਹੜਾ ਇਹ ਪੋਸਟਰ ਜਾਰੀ ਹੋਇਆ ਇਹਦੇ ਨਾਲ ਕਾਫੀ ਜਿਹੜੀ ਸਥਿਤੀ ਹੈ ਕਾਂਗਰਸ ਵਾਸਤੇ ਕਾਫੀ ਹੋਰ ਤਰ੍ਹਾਂ ਦੀ ਜਿਹੜੀ ਪੈਦਾ ਹੋ ਗਈ ਹੈ। ਹੁਣ ਦੇਖਦੇ ਹਾਂ ਕਿ ਜਿਹੜਾ ਅਗਲਾ ਕਦਮ ਜਿਹੜਾ ਕਾਂਗਰਸ ਹਾਈਕਮਾਨ ਦਾ
ਪ੍ਰਨੀਤ ਕੌਰ ਹੋਣਾ ਦੇ ਪ੍ਰਤੀ ਕਿਹੋ ਜਿਹਾ ਹੋ ਸਕਦਾ। ਬਾਕੀ ਪ੍ਰਨੀਤ ਕੌਰ ਹੋਣਾ ਨੇ ਸਾਫ਼ ਸੰਕੇਤ ਨਹੀਂ, ਕਲੀਅਰ ਕੱਟ ਉਹਨਾਂ ਨੇ ਕਹਿ ਦਿੱਤਾ ਕਿ ਉਹ ਆਪਣੇ ਪਤੀ ਦੇ ਨਾਲ ਨੇ ਤੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦੇ ਵਿੱਚ ਆਪਣੀ ਰਾਜਸੀ ਜਿਹੜੀਆਂ ਸਰਗਰਮੀਆਂ ਨੂੰ ਜਾਰੀ ਰੱਖਣਗੇ। ਸੋ ਇਹ ਉਹ ਦੋ ਮਹੱਤਵਪੂਰਨ ਘਟਨਾਵਾਂ ਸਨ ਜਿਹੜੀਆਂ ਪੰਜਾਬ ਦੇ ਬੀਤੇ ਦਿਨ ਰਾਜਨੀਤਿਕ ਸਫਾ ਦੇ ਵਿੱਚ ਵਾਪਰੀਆਂ। ਤੀਸਰੀ ਜਿਹੜੀ ਮਹੱਤਵਪੂਰਨ ਖਬਰ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ 44ਵੇਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਸੰਬੰਧਿਤ ਹੈ। ਹਰਜਿੰਦਰ ਸਿੰਘ ਧਾਮੀ ਹੁਣੀ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਕਹਿ ਸਕਦੇ ਕਿ ਐਚਪੀਸੀ ਮੈਂਬਰ ਨੇ। ਉਹਨਾਂ ਨੂੰ ਕੱਲ ਵੋਟਾਂ ਦੇ ਰਾਹੀਂ ਜਿਹੜਾ ਪਹਿਲੀ ਵਾਰੀ ਹੋਇਆ, ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਆਖਾ ਲਿਫਾਫੇ ਦੇ ਵਿੱਚੋਂ ਪ੍ਰਧਾਨ ਜਿਹੜਾ ਉਹ ਨਹੀਂ ਨਿਕਲੇਗਾ, ਤਾਂ 142 ਜਿਹੜੀਆਂ ਵੋਟਾਂ ਨੇ ਕੱਲ ਜਿਹੜੀਆਂ ਪਈਆਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜਦੋਂ ਚੋਣ ਹੋਣ ਲੱਗੀ ਸੀ, ਤਾਂ ਉਸ ਵਕਤ ਹਰਜਿੰਦਰ ਸਿੰਘ ਧਾਮੀ ਦਾ ਨਾਮ ਜਿਹੜਾ ਭਗਤ ਸਿੰਘ ਸਿਆਲਕਾ ਵੱਲੋਂ ਪੇਸ਼ ਕੀਤਾ ਗਿਆ ਔਰ ਦੂਜੇ ਪਾਸੇ ਅਮਰੀਕ ਸਿੰਘ ਸ਼ਾਹਪੁਰਾ ਰਾਇਆ ਵੱਲੋਂ ਮਿੱਠੂ ਸਿੰਘ ਮਾਲੇਕੇ ਦਾ ਨਾਮ ਵੀ ਜਿਹੜਾ ਉਹ ਪੇਸ਼ ਕੀਤਾ ਗਿਆ। ਤਾਂ 142 ਵੋਟਾਂ ਜਿਹੜੀਆਂ ਪਈਆਂ, ਉਹ 142 ਵੋਟਾਂ ਦੇ ਵਿੱਚੋਂ 122 ਵੋਟਾਂ ਜਿਹੜੀਆਂ ਨੇ ਉਹ ਅਸੀਂ ਕਿਹਾ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਪਈਆਂ ਔਰ ਹਰਜਿੰਦਰ ਸਿੰਘ ਧਾਮੀ ਹੁਣਾਂ 144ਵੇਂ ਪ੍ਰਧਾਨ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਥਾਪੇ ਗਏ ਨੇ। ਜਦੋਂ ਪ੍ਰਧਾਨ ਥਾਪੇ ਗਏ ਤਾਂ ਉਹਦਾ ਨਾਲ ਹੀ ਉਹਨਾਂ ਦੇ ਕਰਨੈਲ ਸਿੰਘ ਪੰਜੋਲੀ ਨੂੰ ਵੀ ਉਹਨਾਂ ਦਾ ਨਾਲ ਸਾਹਿਬ ਜਿਹੜਾ ਉਹ ਚੁਣਿਆ ਗਿਆ। ਆਪਣੇ ਹੀ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਉਮੀਦਵਾਰ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਔਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਣਾਇਆ ਗਿਆ। ਇਹ ਖਾਸ ਤੌਰ ਤੇ ਪੰਥਕ ਕਾਰਡ ਜਿਹੜਾ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਖੇਡਣ ਦਾ ਯਤਨ ਕੀਤਾ ਗਿਆ, ਕਿਉਂਕਿ ਗਰਮ ਖਿਆਲੀ ਧੜਿਆਂ ਦੇ ਵਿੱਚ ਜਾਂ ਗਰਮ ਖਿਆਲੀ ਜਿਹੜੀਆਂ ਸਫਾ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦਾ ਨਾਮ ਜਿਹੜਾ ਬੜਾ ਚਰਚਿਤ ਨਾਮ ਹੈਗਾ। ਕਿਉਂਕਿ ਬੀਤੇ ਦੌਰ ਦੇ ਵਿੱਚ 1957 ਚ ਹਰਜਿੰਦਰ ਸਿੰਘ ਧਾਮੀ ਦਾ ਜਦੋਂ ਜਨਮ ਹੁੰਦਾ ਔਰ ਉਸ ਤੋਂ ਬਾਅਦ ਜਿਹੜਾ ਪੰਜਾਬ 'ਚ ਚੱਲੀ ਖਾਟਕੂ ਲਹਿਰ ਉਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਬੜੇ ਕੇਸ ਜਿਹੜੇ ਨੇ ਉਹਨਾਂ ਸਿੱਖ ਨੌਜਵਾਨਾਂ ਦੇ ਲੜੇ ਜਿਹੜੇ ਖਾਟਕੂ ਸਰਗਰਮੀਆਂ ਦੇ ਵਿੱਚ ਸ਼ਾਮਲ ਰਹੇ ਨੇ, ਖਾਟਕੂ ਸਭਾ ਸ਼ਾਮਲ ਰਹੇ ਨੇ। ਔਰ ਬਾਈਬਲ ਕਲਾਂ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਔਰ ਕਰਨੈਲ ਸਿੰਘ ਪੰਜੋਲੀ ਦਾ ਨਾਮ ਜਿਹੜਾ ਉਹਨਾਂ ਹੱਕਾਂ ਪੀੜਤਾਂ ਦੇ ਹੱਕ ਦੇ ਵਿੱਚ ਨਿੱਤਰ ਕੇ ਆਉਂਦਾ ਰਿਹਾ। ਤਾਂ ਇੱਕ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਹੋਣਾ ਨੇ ਇਹ ਕਾਰਡ ਜਿਹੜਾ ਪੰਥਕ ਕਾਰਡ ਖੇਡਿਆ ਤਾਂ ਜੋ ਖਾਟਕੂ ਜਾਂ ਗਰਮ ਖਿਆਲੀ ਜਿਹੜੇ ਪਾਰਟੀਆਂ ਨੇ ਜਾਂ ਸਫਾ ਨੇ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਘੁਸਪੈਠ ਜਿਹੜੀ ਆ ਉਹ ਕੀਤੀ ਜਾ ਸਕੇ। ਸੋ ਹਰਜਿੰਦਰ ਸਿੰਘ ਧਾਮੀ 1 ਸਾਲ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਗਏ ਨੇ ਔਰ ਉਸ ਤੋਂ ਮਗਰੋਂ ਜਿਹੜੇ ਸਾਬਕਾ ਪ੍ਰਧਾਨ ਸੀ ਬੀਬੀ ਜਗੀਰ ਕੌਰ ਹੋਣੀ, ਉਹਨਾਂ ਨੂੰ ਉਸ ਵੇਲੇ ਹਲਕਾ ਭਲੱਥ ਤੋਂ ਵਿਧਾਨ ਸਭਾ ਦੀ ਚੋਣ ਵਾਸਤੇ ਤਿਆਰ ਕਰਕੇ ਉਹਨਾਂ ਨੂੰ ਟਿਕਟ ਜਿਹੜੀ ਆ ਉੱਥੋਂ ਦੇ ਦਿੱਤੀ ਗਈ ਹੈ। ਸੋ ਇਹ ਜਿਹੜੀ ਇੱਕ ਬੜੀ ਮਹੱਤਵਪੂਰਨ ਜਿਹੜੀ ਕੱਲ ਦੀ ਸਰਗਰਮੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਿਆਂ ਦੇ ਵਿੱਚ। ਹੁਣ ਸ਼੍ਰੋਮਣੀ ਕਮੇਟੀ ਕਿਉਂਕਿ 2022 ਦੀਆਂ ਚੋਣਾਂ ਜਿਹੜੀਆਂ ਸਿਰ ਤੇ ਨੇ ਤਾਂ ਉਹਦੇ ਵਿੱਚ ਪ੍ਰਧਾਨ ਹੋਣੀ ਕਿਹੋ ਜਿਹਾ ਰੋਲ ਨਿਭਾਉਂਦੇ ਨੇ ਜਾਂ ਪੰਥਕ ਮੁੱਦਿਆਂ ਦੇ ਉੱਤੇ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਰਹਿੰਦਾ। ਹਾਲਾਂਕਿ ਬੇਸ਼ੱਕ ਇਹ ਚੋਣ ਪ੍ਰਕਿਰਿਆ ਰਾਹੀਂ ਦਿਖਾਇਆ ਗਿਆ ਪਰ ਅੱਜ ਤੱਕ ਕਿਸੇ ਵੀ ਪ੍ਰਧਾਨ ਦੀ ਇੰਨੀ ਜ਼ਰੂਰਤ ਜਿਹੜੀ ਹੈ ਉਹ ਨਹੀਂ ਹੋਈ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਜਾਂ ਕਿਸੇ ਵੀ ਬਾਦਲ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਪ੍ਰਸ਼ਨ ਪੁੱਛਿਆ ਗਿਆ ਪੰਥਕ ਮੁੱਦਿਆਂ ਤੇ ਕੋਈ ਘੇਰ ਸਕੇ। ਇਹ ਸ਼੍ਰੋਮਣੀ ਕਮੇਟੀ ਦੀ ਦੁਖਾਂਤ ਹੈ। ਕੋਈ ਵੀ ਪ੍ਰਧਾਨ ਆ ਜਾਏ ਇਹ ਇਸੇ ਤਰ੍ਹਾਂ ਹੀ ਚੱਲਣਾ, ਕਿਉਂਕਿ ਕਾਬਜ਼ ਜਿਹੜਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਧੜਾ ਮਤਲਬ ਕਹਿ ਸਕਦੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਤੇ ਪ੍ਰਧਾਨ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਹੋਣੀ ਹੈ ਤੇ ਜਿਹੜਾ ਵੀ ਕੋਈ ਪ੍ਰਧਾਨ ਬਣਦਾ ਉਹਨਾਂ ਦੇ ਪੂਰਨ ਰਹਿਨੋ ਕਰਨ ਤੇ ਬਣਦਾ ਤਾਂ ਉਹ ਇੰਨੀ ਗੱਲ ਕਹਿ ਨਹੀਂ ਸਕਦੇ ਕਿ ਉਹ ਕੀ ਕਰਨਗੇ ਜਾਂ ਕੀ ਉਹਨਾਂ ਦੀ ਆਪਣੀ ਮਰਜ਼ੀ ਚੱਲੇਗੀ। ਪਰ ਇਸ ਸਭ ਦੇ ਬਾਵਜੂਦ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਜਿਹਾ ਵਿਅਕਤੀਤਵ ਦਿਖਾਉਣ ਪਏਗਾ ਜਿਸ ਨਾਲ ਲੋਕ ਉਹਨਾਂ ਤੇ ਵਿਸ਼ਵਾਸ ਕਰ ਸਕਣ। ਬਹੁਤ ਮਸਲੇ ਇਹੋ ਜਿਹੇ ਦਰਪੇਸ਼ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਬੀਤੇ ਦਿਨ ਜਿਹਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਉਹ ਵੀ ਸਿਰ ਤੇ ਅਜੇ ਇਹੋ ਜਿਹਾ ਮੁੱਦਾ ਜਿਹੜਾ ਸ਼੍ਰੋਮਣੀ ਕਮੇਟੀ ਹਮੇਸ਼ਾ ਉਸ ਨੂੰ ਖਤਮ ਕਰਨ ਦੇ ਯਤਨਾਂ 'ਚ ਰਹੀ ਹੈ। ਬੀਬੀ ਜਗੀਰ ਕੌਰ ਨੇ ਕਦੇ ਵੀ ਉਹਨਾਂ ਸੰਬੰਧੀ ਕੋਈ ਗੱਲ ਨਹੀਂ ਸੀ ਉਠਾਈ, ਹਾਲਾਂਕਿ ਉਸ ਉੱਪਰ ਦਾ ਮੁੱਦਾ ਜਿਹੜਾ ਅਜੇ ਤੱਕ ਉਸੇ ਤਰ੍ਹਾਂ ਜ਼ਿੰਦਾ ਹੈ। ਬਾਈਬਲ ਕਲਾਂ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਜਿਹੜੇ ਲੋਕ ਸ਼ਹੀਦ ਹੋਏ ਜਾਂ ਉਹਨਾਂ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਭੂਮਿਕਾ, ਬੜੇ ਇਹੋ ਜਿਹੇ ਸਵਾਲ ਇਹੋ ਜਿਹੇ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਹਮੇਸ਼ਾ ਜ਼ਿੰਮੇਵਾਰ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਪਹਿਲੇ ਆਧਾਰ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਹਰਜਿੰਦਰ ਸਿੰਘ ਧਾਮੀ ਹੁਣੀ ਕੀ ਆਉਂਦੇ ਸਮੇਂ ਦੇ ਵਿੱਚ ਆਪਣੀ ਇੱਕ ਵਿਲੱਖਣ ਹੋਂਦ ਨੂੰ ਬਰਕਰਾਰ ਰੱਖਦੇ ਹੋਏ ਅਜਿਹੇ ਮੁੱਦਿਆਂ ਨੂੰ ਹੱਲ ਕਰ ਦੇਣਗੇ ਜਾਂ ਫਿਰ ਇਹ ਵੀ ਬੀਤੇ ਪ੍ਰਧਾਨਾਂ ਵਾਂਗੂ 1 ਸਾਲ ਦਾ ਸਮਾਂ ਬਿਤਾ ਕੇ ਇਹ ਆਪਣੇ ਘਰਾਂ ਦੀ ਵਾਪਸੀ ਕਰਨਗੇ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਖੈਰ ਇਹ ਦਰਸ਼ਕਾਂ ਨਾਲ ਉਹ ਮਹੱਤਵਪੂਰਨ ਖਬਰ ਸੀ ਜਿਹੜੀ ਜ਼ਰੂਰੀ ਸੀ।
ਤੇ ਅਖੀਰ ਵਿੱਚ ਅਸੀਂ ਖਬਰ ਦੀ ਜਿਹੜੀ ਸਾਂਝ ਹੈ ਆਪਣੇ ਦਰਸ਼ਕਾਂ ਨਾਲ ਪਾਵਾਂਗੇ ਕਿਸਾਨਾਂ ਦੇ ਘਰ ਵਾਪਸੀ ਦੀ। ਕਿਸਾਨਾਂ ਦੇ ਜਿਹੜੇ 3 ਮੰਗਾਂ ਸੀ ਕੇਂਦਰ ਸਰਕਾਰ ਵੱਲੋਂ ਕਿ 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀਆਂ, ਉਹ ਕੇਂਦਰ ਵੱਲੋਂ ਕੱਲ 3 ਕਾਲੇ ਕਾਨੂੰਨ ਜਿਹੜੇ ਨੇ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਰੱਦ ਕਰਨ ਸੰਬੰਧੀ ਬਿੱਲ ਜਿਹੜਾ ਪਾਸ ਹੋ ਗਿਆ, ਉਹ ਦਸਤਖਤ ਕਰਨ ਵਾਸਤੇ ਉਹ ਰਾਸ਼ਟਰਪਤੀ ਨੂੰ ਭੇਜ ਦਿੱਤੇ ਗਏ ਆ। ਹੁਣ ਜਿਹੜੀ ਵੱਡਾ ਇਹ ਕਿਸਾਨਾਂ ਦੀ ਇੱਕ ਉਹ ਜਿੱਤ ਆ ਜਿਸ ਨੇ ਇਤਿਹਾਸ ਦੇ ਵਿੱਚ ਇੱਕ ਨਵਾਂ ਅਧਿਆਏ ਜਿਹੜਾ ਦਰਜ ਕੀਤਾ, ਨਵਾਂ ਅਧਿਆਏ ਕਾਮਯਾਬ ਕੀਤਾ ਕਿ ਕੁਝ ਅੰਦੋਲਨ ਬੰਦੂਕ ਤਲਵਾਰਾਂ ਬੰਬਾਂ ਤੋਂ ਬਿਨਾਂ ਵੀ ਜਿੱਤੇ ਜਾ ਸਕਦੇ ਆ। ਔਰ ਹਮੇਸ਼ਾ ਇਹ ਇਤਿਹਾਸ ਦੇ ਵਿੱਚ ਇਹ ਅੰਦੋਲਨ ਯਾਦ ਰੱਖਿਆ ਜਾਵੇਗਾ ਜਿਸ ਤਰ੍ਹਾਂ ਇੱਕ ਬੈਟਲ ਆਫ ਸਾਰਾਗੜੀ ਇਤਿਹਾਸ ਦੇ ਵਿੱਚ ਇੱਕ ਉਹ ਲੜਾਈ ਆ ਜਿਹੜੀ ਹਰ ਦੇਸ਼ ਵਿਦੇਸ਼ ਦੇ ਸਿਲੇਬਸ ਵਿੱਚ ਪੜ੍ਹਾਈ ਜਾਂਦੀ। ਸਾਰਾਗੜੀ ਦਾ ਯੁੱਧ ਜਿਹੜਾ, ਉਹ ਯੁੱਧ ਦੇ ਵਿੱਚ 13 ਜਾਂ 14 ਸੈਨਿਕ ਸੀ ਜਿਨ੍ਹਾਂ ਨੇ ਅਫਗਾਨ ਫੌਜੀਆਂ ਦਾ ਬੜੀ ਬਹਾਦਰੀ ਨਾਲ ਪੂਰਾ ਇੱਕ ਦਿਨ ਸਾਹਮਣਾ ਕੀਤਾ ਤੇ ਇੱਕ ਬਹਾਦਰੀ ਦੀ ਉਹ ਇਬਾਰਤ ਲਿਖੀ ਜਿਹੜੀ ਅੱਜ ਤੱਕ ਕਦੀ ਬਾਅਦ 'ਚ ਲਿਖੀ ਨਹੀਂ ਗਈ। ਤਾਂ ਇਸੇ ਤਰੀਕੇ ਨਾਲ ਇਹ ਅੰਦੋਲਨ ਜਿਹੜਾ ਇਹ ਹਮੇਸ਼ਾ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਏਗਾ, ਸੋਨ ਸੁਨਹਿਰੀ ਅੱਖਰਾਂ ਨਾਲ ਦਰਜ ਰਹੇਗਾ ਕਿ ਇੱਕ ਅੰਦੋਲਨ ਉਹ ਸੀ ਜਿਹਦੇ ਵਿੱਚ 6 ਸਾਲ ਤੋਂ ਲੈ ਕੇ ਤੇ 70 ਸਾਲ ਦੀ ਮਾਤਾ ਜਾਂ ਬਜ਼ੁਰਗ ਜਾਂ ਬੱਚਿਆਂ ਨੇ ਇਹਦੇ ਵਿੱਚ ਰੋਲ ਜਿਹੜਾ ਆਪਣੀ ਸ਼ਮੂਲੀਅਤ ਜਿਹੜੀ ਉਹ ਕੀਤੀ। ਉਮਰਾਂ ਦਾ ਇਸ ਅੰਦੋਲਨ ਦੇ ਵਿੱਚ ਕੋਈ ਲਿਹਾਜ਼ ਨਹੀਂ ਸੀ, ਕੋਈ ਸਿਆਣੀ ਉਮਰ ਦਾ ਬਜ਼ੁਰਗ ਔਰਤ ਮਰਦ ਵੀ ਗਏ, ਜਵਾਨ ਵੀ ਗਏ ਤੇ ਬੱਚੇ ਵੀ ਗਏ, ਬਿਨਾਂ ਕਿਸੇ ਹਥਿਆਰਾਂ ਤੋਂ, ਬਿਨਾਂ ਕਿਸੇ ਡਾਂਗ ਸੋਟੀ ਦੀ ਲੜਾਈ ਤੋਂ। ਇਹ ਉਹ ਸੰਘਰਸ਼ ਸੀ ਜਿਸ ਨੇ ਸ਼ਾਂਤਮਈ ਰਹਿ ਕੇ ਉਸ ਅੰਦੋਲਨ ਨੂੰ ਜਿੱਤਿਆ ਜਿਹੜਾ ਇਤਿਹਾਸ ਵਿੱਚ ਆਉਣ ਵਾਲੀਆਂ ਕਿੰਨੀਆਂ ਪੀੜ੍ਹੀਆਂ ਮਾਰਗਦਰਸ਼ਕ ਵਜੋਂ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ। ਤਾਂ ਹੁਣ ਉਹ ਕਿਸਾਨ ਜਿਹੜੇ ਬੀਤੇ 1 ਸਾਲ ਤੋਂ ਦਿੱਲੀ ਦੇ ਬਾਰਡਰ ਤੇ ਬੈਠੇ ਨੇ ਉਹਨਾਂ ਦੀ ਘਰ ਵਾਪਸੀ ਦਾ ਆਉਣ ਦਾ ਸਮਾਂ ਜਿਹੜਾ ਹੋ ਗਿਆ। ਕੱਲ 1 ਦਸੰਬਰ ਜਿਹੜੀ ਮੀਟਿੰਗ ਰੱਖੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ, ਜਿਹਦੇ ਵਿੱਚ ਇਹਦੇ ਸੰਬੰਧੀ ਘਰ ਵਾਪਸੀ ਉਹ ਟਰੈਕਟਰ ਟਰਾਲੀਆਂ ਜਿਹੜੀਆਂ ਬੀਤੇ ਸਾਲ ਤੋਂ ਚੱਲੀਆਂ ਰਹੀਆਂ ਉਹਨਾਂ ਵਿੱਚ ਹੁਣ ਖੜਕੇ ਦੀ ਆਵਾਜ਼ ਆਏਗੀ, ਸਟੀਅਰਿੰਗ ਘੁਮਾਇਆ ਜਾਏਗਾ, ਕਲੱਚ ਨੱਪਿਆ ਜਾਏਗਾ, ਗੇਅਰ ਪਾਇਆ ਜਾਏਗਾ। ਤਾਂ ਉਹ ਟਰੈਕਟਰ ਟਰਾਲੀਆਂ ਜਿਹੜੀਆਂ ਇੱਕ ਨਵਾਂ ਚਿੰਨ੍ਹ ਬਣੇ ਨੇ ਅੰਦੋਲਨ ਦਾ, ਟਰੈਕਟਰ, ਉਹ ਫਿਰ ਪੰਜਾਬ ਹਰਿਆਣਾ ਹਰਿਆਣਾ ਯੂਪੀ ਉਹ ਕਿਸਾਨ ਘਰਾਂ ਨੂੰ ਉਹਨਾਂ ਸੜਕਾਂ ਤੇ ਫਿਰ ਆਪਣੇ ਘਰਾਂ ਨੂੰ ਵਾਪਸ ਦੌੜਨਗੇ ਜਿੱਥੋਂ ਉਹ ਇੱਕ ਜਿੱਤਣ ਵਾਸਤੇ ਆਏ ਸੀ ਤੇ ਫਿਰ ਜਿੱਤ ਲੈ ਕੇ ਉਹਨਾਂ ਟਰੈਕਟਰ ਟਰਾਲੀਆਂ ਤੇ ਨਵੀਂ ਇਬਾਰਤ ਲੈ ਕੇ ਆਪਣੇ ਘਰਾਂ ਨੂੰ ਪਰਤਣਗੇ। ਸੋ ਅਸੀਂ ਵੀ ਆਪਣੇ ਇਸ ਪਲੇਟਫਾਰਮ ਤੋਂ ਕਿਸਾਨਾਂ ਨੂੰ ਅਪੀਲ ਹੀ ਕਰਦੇ ਹਾਂ ਕਿ ਹੁਣ ਘਰ ਵਾਪਸੀ ਦਾ ਸਮਾਂ ਹੈ, ਘਰ ਆਓ। ਘਰਾਂ ਵਾਸਤੇ ਤੁਹਾਨੂੰ ਘਰਾਂ ਦੇ ਲੋਕ ਆਪਣੀਆਂ ਅੱਖਾਂ ਨਾਲ ਤੁਹਾਨੂੰ ਉਡੀਕਦੇ ਪਏ ਨੇ, ਉਹਨਾਂ ਦੀ ਅੱਖਾਂ ਤੁਹਾਡੀ ਉਡੀਕ ਵਿੱਚ ਬਹੁਤ ਲੰਮੇ ਸਮੇਂ ਤੋਂ ਥੱਕ ਚੁੱਕੀਆਂ ਨੇ। ਹੁਣ ਤੁਸੀਂ ਜੇਤੂ ਹੋ ਕੇ ਘਰ ਪਰਤਣਾ ਹੈ। ਆਓ ਇੱਕ ਨਵਾਂ ਪੰਜਾਬ ਦਾ ਅਧਿਆਇ, ਇੱਕ ਨਵਾਂ ਕਿਸਾਨੀ ਦਾ ਅਧਿਆਇ ਲਿਖੀਏ। ਸੋ ਇਹਨਾਂ ਖਬਰਾਂ ਦੇ ਨਾਲ ਮੈਂ ਆਪਣੇ ਦਰਸ਼ਕਾਂ ਤੋਂ ਇਜਾਜ਼ਤ ਲੈਂਦਾ ਤੇ ਸ਼ਾਮ ਨੂੰ ਫਿਰ ਇੱਕ ਵਾਰੀ ਰੂਬਰੂ ਹੋਵਾਂਗੇ। ਸ਼ਾਮ ਤੱਕ ਮਨਜੀਤ ਅੰਕੀ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਵਿਨਿਕ ਪੰਜਾਬ।